ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਕਰੀ ਵਖਿਆਣ। ਸੁਕੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝਟੀਐ, ਤੋਤ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾ, ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਏ ਮਨ ਹਰਿ ਜੀ ਧਿਆਏ ਤੂੰ, ਇਕ ਮਨ ਇਕ ਚਿਤ ਭਾਏ। ਹਰਿ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਉ ਹਰਿ ਕੈ ਸਤਿ ਬਲਿਹਾਰਣੈ, ਜਿਤ ਸੇਵੈ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹੈ, ਹਉਮੈ ਸ਼ਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਇਣ, ਆਪੇ ਬਖਸ਼ ਕਰੇ। ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਣ, ਤਿਨ ਨਿਜ ਘਰ ਵਾਸ ਹੈ। ਜੁਗ ਜੁਗ ਸ਼ੋਭਾ ਹੋਏ ਪੌੜੀ, ਤੂੰ ਕਰਨ ਕਾਰਨ ਸਮਰੱਥ ਹੈ ਕਰਤੇ। ਮੈਂ ਤੁਝ ਬਿਨ ਅਵਰ ਨ ਕੋਈ, ਤੁਧ ਆਪੇ ਸਿਸ਼ਟ ਸਿਰਜੀਆ। ਆਪੇ ਗੁਣ ਗੋਈ, ਸਭ ਇੱਕੋ ਸ਼ਬਦ ਵਰਤਦਾ। ਜੋ ਕਰੇ ਸੋ ਹੋਈ,
ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੋ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹਲਾ ਤੀਜਾ। ਏ ਮਨ ਹਰਿ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ। ਚੌਥੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੀ ਹੋਈ ਸੋਠ ਕੇ ਵਾਰ ਦੀ ਇਹ ਅਖੀਰਲੀ ਪੌੜੀ ਹੈ, ਪੌੜੀ ਨੰਬਰ 29, ਅੰਗ ਨੰਬਰ 653 ਤੇ 654। ਪੌੜੀ ਦੇ ਨਾਲ ਦੋ ਸ਼ਲੋਕ ਨੇ। ਤੀਜੇ ਪਾਸੇ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ। ਔਰ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਮਨ ਨੂੰ ਸੰਬੋਧਨ ਕਰਦਿਆਂ ਇਹ ਪਾਵਨ ਬਚਨ ਕਹੇ ਨੇ। ਇਹ ਮਨ, ਹੇ ਮੇਰੇ ਮਨਾ, ਹਰਿ ਜੀ ਧਿਆਏ ਤੂੰ ਉਸ ਹਰੀ ਜੀ ਨੂੰ, ਪਰਮਾਤਮਾ ਨੂੰ, ਅਕਾਲ ਪੁਰਖ ਵਾਹਿਗੁਰੂ ਨੂੰ ਧਿਆ। ਤੇ ਧਿਆਉਣਾ ਕਿਵੇਂ ਹੈ? ਕਹਿੰਦੇ ਇੱਕ ਮਨ ਇੱਕ ਚਿੱਤ ਭਾਏ। ਇੱਕ ਮਨ ਹੋ ਕੇ, ਇੱਕ ਚਿੱਤ ਹੋ ਕੇ ਜਿਹੜਾ ਉਹਨੂੰ ਪਾ ਜਾਏ, ਕਿਉਂਕਿ ਉਹਨੂੰ ਪਾਉਣਾ ਤਾਂ ਹੀ ਹੈ ਮਨ ਤੇ ਚਿੱਤ ਇੱਕ ਹੋਵੇ, ਸੁਰਤੀ ਬਿਰਤੀ ਇੱਕ ਹੋਵੇ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਪਾਵਨ ਬਚਨ ਕਹੇ ਨੇ, ਇਹ ਮਨ ਹਰਿ ਜੀ ਧਿਆਏ ਤੂੰ, ਬੇਸ਼ੱਕ ਸਮੁੱਚੀ ਮਾਨਵਤਾ ਵਾਸਤੇ ਪਾਵਨ ਬਚਨ ਨੇ, ਪਰ ਧੰਨ ਗੁਰੂ ਅਮਰਦਾਸ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ। ਔਰ ਇਹਦਾ ਭਾਵ ਅਰਥ ਬਿਲਕੁਲ ਸਪਸ਼ਟ ਹੈ ਕਿ ਇਹ ਬਾਣੀ ਜਿਹਨੇ ਪੜ੍ਹਨੀ ਹੈ, ਇਹ ਪਾਵਨ ਬਚਨ ਉਹਦੇ ਵਾਸਤੇ ਹੈ। ਉਹ ਆਪਣੇ ਮਨ ਨੂੰ ਸਮਝਾਵੇ। ਜਿਹਨੇ ਸੁਣਨੀ ਹੈ ਇਹ ਬਾਣੀ ਉਹਦੇ ਵਾਸਤੇ ਹੈ। ਉਹ ਆਪਣੇ ਆਪਣੇ ਮਨਾਂ ਨੂੰ ਇਸ ਹਿਸਾਬ ਦੇ ਨਾਲ ਸਮਝਾਓ। ਔਰ ਸਤਿਗੁਰੂ ਜੀ ਨੇ ਜਿੱਥੇ ਕਿਰਪਾ ਕੀਤੀ, ਅਸਲ ਵਿੱਚ ਸਿਆਣਾ ਤੇ ਜਾਂ ਕਹਿ ਲਈਏ ਕਿ ਭਗਤਾ ਉਹਨੂੰ ਕਿਹਾ ਜਾਂਦਾ ਹੈ ਉੱਤਮ। ਵੈਸੇ ਭਗਤਾ, ਬਕਣਾ ਸ਼ਬਦ ਇੱਕ ਹੁੰਦਾ ਹੈ, ਬਕਣਾ
ਔਰ ਇਸ ਬਕਨੇ ਦਾ ਭਾਵੇਂ ਅਰਥ ਅਸਾਂ ਲੋਕਾਂ ਨੇ ਬਿਲਕੁਲ ਹੋਰ ਪਾਸੇ ਨੂੰ ਲੈ ਗਏ ਕਿ ਜਿਹੜਾ ਮਾੜਾ ਬੋਲਦਾ ਉਹਨੂੰ ਕਹਿੰਦੇ ਬਕਦਾ ਹੈ, ਪਰ ਬਕਣਾ ਸ਼ਬਦ ਮਾੜਾ ਨਹੀਂ। ਉਹ ਬਕਣਾ ਕਿਵੇਂ ਦਾ ਹੈ, ਮਾੜਾ ਹੈ ਜਾਂ ਚੰਗਾ ਹੈ, ਉਹ ਬਕਣ ਵਾਲੇ ਦੇ ਅੰਦਰ ਹੈ ਕਿ ਉਹਨੇ ਬਕਣਾ ਕਿਵੇਂ ਦਾ ਹੈ। ਵੈਸੇ ਬਕਣਾ ਬਕਤਾ ਹੁੰਦਾ, ਬਕਤਾ ਇਹ 4 ਤਰ੍ਹਾਂ ਦੇ ਬਕਤੇ ਮੰਨੇ ਗਏ ਨੇ। ਬਕਤਾ ਬੋਲਣ ਵਾਲਾ, ਔਰ ਇਹ 4 ਤਰ੍ਹਾਂ ਦੇ ਜਿਹੜੇ ਬਕਤੇ ਨੇ, ਇਹਨਾਂ ਵਿੱਚ ਇੱਕ ਉੱਤਮ ਬਕਤਾ ਅਸਲ ਵਿੱਚ ਉਹ ਹੈ ਜਿਹੜਾ ਆਪਣੇ ਮਨ ਨੂੰ ਸਮਝਾਉਂਦਾ ਹੋਏ ਕੁਝ ਬੋਲੇ। ਤੇ ਮਨ ਨੂੰ ਸਮਝਾਉਣ ਦਾ ਮਤਲਬ ਹੈ ਪਹਿਲੋਂ ਉਹ ਜੋ ਕੁਝ ਆਪ ਕਰੇ ਉਹੀ ਦੂਜਿਆਂ ਨੂੰ ਕਹੇ। ਦੂਜੀ ਤਰ੍ਹਾਂ ਦਾ ਬਕਤਾ ਉਹ ਹੈ ਜਿਹਨੂੰ ਮੱਧਮ ਬਕਤਾ ਕਿਹਾ ਜਾਂਦਾ ਹੈ। ਇੱਕ ਕਨਿਸ਼ਟ ਬਕਤਾ ਹੁੰਦਾ ਤੇ ਇੱਕ ਨੀਚ ਬਕਤਾ। ਨੀਚ ਬਕਤਾ ਅਸਲ ਵਿੱਚ ਉਹ, ਇਹ ਵਿਦਵਾਨਾਂ ਦਾ ਮੰਨਣਾ, ਉਹਨੂੰ ਕਿਹਾ ਜਾਂਦਾ ਹੈ ਕਿ ਜਿਹੜਾ ਬੋਲਦਾ ਤੇ ਹੋਵੇ, ਤੇ ਬੋਲਣ ਦਾ ਇੱਥੇ ਧਰਮ ਦੀ ਦੁਨੀਆ ਦੇ ਵਿੱਚ ਬੋਲਣ ਦਾ ਮਤਲਬ ਉਹ ਕਥਾ ਕਰਦਾ ਹੋਵੇ, ਵਿਖਿਆਨ ਕਰਦਾ ਹੋਵੇ, ਕੋਈ ਲੈਕਚਰ ਦਿੰਦਾ ਹੋਵੇ, ਪਰ ਉਸ ਕਥਾ ਦਾ, ਲੈਕਚਰ ਦਾ, ਵਿਖਿਆਨ ਦਾ ਨਾ ਕੋਈ ਸਿਰਾ ਹੋਵੇ, ਨਾ ਮੂੰਹ ਹੋਵੇ, ਨਾ ਮੱਥਾ ਹੋਵੇ, ਨਾ ਉਹਦਾ ਪੈਰ ਹੋਵੇ, ਨਾ ਕੋਈ ਸਿਰ ਹੋਵੇ। ਐਸੇ ਮਿਲਦੇ ਨੇ ਨਾ ਜੀ, ਕੋਈ ਗੱਲ ਕਿਤੋਂ ਚੁੱਕ ਲਈ, ਕੋਈ ਕਿਤੋਂ ਚੁੱਕ ਲਈ, ਨਾ ਅਗਲੇ ਦੀ ਸਮਝ ਆਈ ਨਾ ਪਿਛਲੀ ਦੀ ਸਮਝ ਆਈ, ਵਿੱਚ ਵਿਚਾਲੇ ਪਤਾ ਨਹੀਂ ਕੀ ਕੁਝ ਕਹਿ ਦਿੱਤਾ, ਉਹਨੂੰ ਨੀਚ ਬਕਤਾ ਕਹਿੰਦੇ ਨੇ। ਤੇ ਦੂਸਰੀ ਤਰ੍ਹਾਂ ਦਾ ਬਕਤਾ ਉਹ ਹੈ ਜਿਹਨੂੰ ਕਨਿਸ਼ਟ ਬਕਤਾ ਕਹਿੰਦੇ ਨੇ। ਅਸਲ ਵਿੱਚ ਕਨਿਸ਼ਟ ਬਕਤਾ ਉਹ ਹੈ ਕਿ ਉਹ ਜਿਹੜੇ ਪਾਸੇ ਨੂੰ ਜਾਵੇ, ਜਿਵੇਂ ਦੀ ਦੁਨੀਆ ਵੇਖੀ, ਕਨਿਸ਼ਟ ਬਕਤਾ ਅਸਲ ਵਿੱਚ ਉਹਨੂੰ ਕਿਹਾ ਜਾਂਦਾ ਕਿ ਜਿੱਧਰ ਜਾਵੇ, ਜਿੰਦੇ ਪਿੱਛੇ ਪੈ ਜੇ, ਕਹਿ ਲਈ ਜਿਹਨੂੰ ਆਪਾਂ ਕਹਿੰਦੇ ਹੱਥ ਧੋ ਕੇ ਪਿੱਛੇ ਪੈ ਜਾਣਾ, ਵੀ ਮੈਂ ਭਾਵੇਂ ਇਸ ਗੱਲ ਨੂੰ ਸਮਝਾਂ ਨਾ ਸਮਝਾਂ ਪਰ ਤੈਨੂੰ ਸਮਝਾ ਕੇ ਛੱਡਣਾ ਹੈ। ਔਰ ਸਾਡੇ ਸਾਹਮਣੇ ਐਸੇ ਬੜੇ ਨੇ ਕਿ ਤੈਨੂੰ ਸਮਝਾ ਕੇ ਛੱਡਣਾ, ਭਾਵੇਂ ਗੋਲੀਆਂ ਮਾਰ ਕੇ ਸਮਝਾਉਣਾ ਪਏ, ਭਾਵੇਂ ਡਾਂਗਾ ਮਾਰ ਕੇ ਸਮਝਾਉਣਾ ਪਏ, ਕਿਉਂਕਿ ਸਾਡੇ ਕੋਲ ਵਿਚਾਰ ਤੇ ਉਹ ਰਹੇ ਨੇ ਨਾ, ਉਨੇ ਉੱਤੇ ਮਤ ਨਹੀਂ। ਉਹਨੂੰ ਕਹਿੰਦੇ ਨੇ ਕਨਿਸ਼ਟ ਬਕਤਾ, ਜਿਹੜਾ ਕੇਵਲ ਕਿਸੇ ਦੇ ਪਿੱਛੇ ਹੱਥ ਧੋ ਕੇ ਪਿਆ ਰਹੇ ਕਿ ਤੈਨੂੰ ਸਮਝਾ ਕੇ ਛੱਡਣਾ ਹੈ। ਤੇ ਤੀਸਰੀ ਤਰ੍ਹਾਂ ਦਾ ਬਕਤਾ ਉਹ ਹੁੰਦਾ ਜਿਹਨੂੰ ਮੱਧਮ ਬਕਤਾ ਕਹਿੰਦੇ ਨੇ। ਉਹ ਫਿਰ ਮੇਰੇ ਵਰਗੇ ਜਿੱਥੇ ਜਾਣ, ਦੇਖਣ ਕਿ ਸੰਗਤ ਕਿਵੇਂ ਦੀ ਪੜ੍ਹੀ ਲਿਖੀ ਹੈ, ਪਿੰਡਾਂ 'ਚ ਜਾਣ ਸੰਗਤ ਕਿਵੇਂ ਦੀ ਅਨਪੜ੍ਹ ਹੈ, ਇਹ ਸੰਗਤ ਜਿਹੜੀ ਜੁੜੀ ਹੈ ਇਹ ਸੁਣਨਾ ਕੀ ਚਾਹੁੰਦੀ ਹੈ, ਬਸ ਜਿਵੇਂ ਦਾ ਕੋਈ ਸੁਣਨਾ ਚਾਹੁੰਦਾ ਹੋਵੇ ਉਵੇਂ ਦਾ ਹੀ ਸੁਣਾ ਕੇ ਆ ਜਾਏ। ਉਹ ਭਾਵੇਂ ਸੱਚ ਹੋਵੇ ਤੇ ਭਾਵੇਂ ਝੂਠ ਹੋਵੇ, ਉਹਨੂੰ ਫਰਕ ਹੀ ਨਹੀਂ ਪੈਂਦਾ, ਕਿਉਂਕਿ ਲੋਕ ਖੁਸ਼ ਹੋ ਗਏ, ਉਹਨੇ ਬੱਲੇ ਬੱਲੇ ਕਰਤੀ। ਬਸ ਲੋਕਾਂ ਨੂੰ ਖੁਸ਼ ਕਰਨ ਵਾਲਾ ਕਿ ਜੇ ਗੰਗਾ ਗਏ ਤੇ ਗੰਗਾ ਦਾਸ, ਜਮਨਾ ਗਏ ਤੇ ਜਮਨਾ ਦਾਸ ਬਣ ਗਏ। ਪਰ ਸਿਆਣਾ ਬਕਤਾ ਉਹ ਹੈ, ਉੱਤਮ ਬਕਤਾ ਉਹ ਹੈ, ਔਰ ਮੇਰੇ ਗੁਰੂ ਤੋਂ ਉੱਤਮ ਬਕਤਾ ਕੋਈ ਨਹੀਂ ਹੋ ਸਕਦਾ, ਕਿ ਜਿਹੜਾ ਪਹਿਲੋਂ ਆਪਣੇ ਮਨ ਨੂੰ ਸੰਬੋਧਨ ਹੀ ਨਾ ਕਰੇ, ਆਪਣੇ ਮਨ ਨੂੰ ਪੂਰੀ ਤਰ੍ਹਾਂ ਸਮਝਾ ਕੇ ਉਸ ਮੁਤਾਬਕ ਚੱਲਦਾ ਵੀ ਹੋਵੇ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਜੇ ਦੂਜਿਆਂ ਨੂੰ ਉਪਦੇਸ਼ ਦਿੰਦੇ ਰਹੋ। ਹੁਣ ਸਾਡੇ ਵਿੱਚ ਬਹੁਤ ਐਸੇ ਹੁੰਦਾ ਨਾ ਕਿ ਅੰਮ੍ਰਿਤ ਵੇਲੇ ਉੱਠਿਆ ਕਰੋ ਭਾਈ, ਪਰ 4 ਦਿਨ ਨਾਲ ਲੈ ਕੇ ਵੇਖੀਏ ਕਿ ਅੰਮ੍ਰਿਤ ਵੇਲਾ ਤੇਰਾ ਕਿੰਨੇ ਕੁ ਵਜੇ ਹੁੰਦਾ ਹੈ, ਜਦੋਂ ਸੂਰਜ ਚੜ੍ਹ ਜੇ। ਨਿਤਨੇਮ ਕਰਿਆ ਕਰੋ ਭਾਈ, ਉਪਦੇਸ਼ ਤਾਂ ਦੇ ਦਿੱਤਾ, ਪਰ 4 ਕੁ ਦਿਨ ਦੇ ਨਾਲ ਲੈ ਕੇ ਵੇਖੀਏ, 2 ਦਿਨ ਰਹਿ ਕੇ, 1 ਦਿਨ ਰਹਿ ਕੇ ਪਤਾ ਲੱਗ ਜਾਂਦਾ ਹੈ ਵੀ ਨਿਤਨੇਮ ਹੈ ਵੀ। ਔਰ ਜਿਹੜੇ ਇਵੇਂ ਦੇ ਉਪਦੇਸ਼ ਦਿੰਦੇ ਨੇ, ਭਾਈ ਤੁਸੀਂ ਕਰਿਆ ਕਰੋ, ਆਪ ਨਹੀਂ ਕਰਦੇ, ਉਹਨਾਂ ਨੂੰ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ। ਉਹ ਦੂਜਿਆਂ ਨੂੰ ਉਪਦੇਸ਼ ਦੇਣਾ ਤੇ ਇਵੇਂ ਦਾ ਹੈ ਜਿਵੇਂ ਕਿਸੇ ਦੇ ਮੂੰਹ ਦੇ ਵਿੱਚ ਧੱਕੇ ਦੇ ਨਾਲ ਰੇਤਾ ਪਾ ਦੇਣਾ। ਆਪਣੇ ਮੂੰਹ ਵਿੱਚ ਵੀ ਰੇਤ ਹੀ ਪੈਂਦੀ ਹੈ, ਕਿਉਂਕਿ ਦੂਜਿਆਂ ਨੂੰ ਉਪਦੇਸ਼ ਦਿੰਦਾ, ਆਪ ਕਮਾਉਂਦਾ ਨਹੀਂ। ਬਾਬਾ ਕਬੀਰ ਜੀ ਦਾ ਪਾਵਨ ਬਚਨ ਹੈ, ਕਬੀਰ ਅਵਰਹਿ ਕੋ ਉਪਦੇਸ਼ ਤੇ, ਮੁਖ ਮੈਂ ਪਰ ਹੈ ਰੇਤ, ਰਾਸ ਪਿਰਾਨੀ ਰਾਖਤੇ, ਖਾਇਆ ਘਰ ਕਾ ਖੇਤ। ਔਰ ਦੂਜਿਆਂ ਦੇ ਰਾਖੇ ਕਰਦਾ ਕਰਦਾ ਆਪਣੇ ਘਰ ਦਾ ਜਿਹੜਾ ਖੇਤ ਸੀ
वो कहते हैं जब चिड़िया चूके खेत, अब पछताए होत क्या जब चिड़िया चूके खेत। सारा जीवन निकल गया, खेत चुक गई, विच कुछ भी नहीं बचिया। हो सकता दूजिਆਂ ਨੂੰ ਉਪਦੇਸ਼ ਦਿੰਦੇ ਹੋਏ ਮੂੰਹ ਦੇ ਵਿੱਚ ਰੇਤ ਤੇ ਪੈਂਦੀ ਹੈ, ਕੋਈ ਸੁਣ ਕੇ ਉਹ ਆਪਣੀ ਰਾਖੀ ਕਰ ਲਵੇ, ਪਰ ਤੇਰਾ ਆਪਣਾ ਘਰ ਦਾ ਖੇਤ ਉਜੜ ਗਿਆ। ਉਹ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਕਹਿੰਦੇ ਅਵਰੈ ਕੋ ਉਪਦੇਸ਼ ਦੇ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਆਪਾਂ ਰੋਜ਼ ਪੜ੍ਹਦੇ ਸੁਖਮਨੀ ਸਾਹਿਬ ਦੇ ਵਿੱਚ, ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ। ਅਵਰੈ ਕੋ ਉਪਦੇਸ਼ ਤੇ, ਜਾਂ ਸਤਿਗੁਰੂ ਜੀ ਨੇ ਪਾਵਨ ਬਚਨ ਕਿਹਾ ਅਵਰ ਉਪਦੇਸ਼ੈ ਆਪ ਨਾ ਕਰੈ। ਤੇ ਜਿਹੜਾ ਇਵੇਂ ਦਾ ਭਗਤ ਹੈ ਫਿਰ ਆਪ ਕਰਦਾ ਹੀ ਨਹੀਂ, ਦੂਜੇ ਨੂੰ ਕਹੀ ਜਾਂਦਾ ਕਰੋ। ਸਤਿਗੁਰੂ ਜੀ ਨੂੰ ਮਿਲਦਾ ਕੁਛ, ਗੁਰੂ ਸਾਹਿਬ ਜੀ ਕਹਿੰਦੇ ਜ਼ਰੂਰ ਮਿਲਦਾ ਹੈ, ਪਰ ਮਿਲਦਾ ਕੀ ਹੈ? ਕਹਿੰਦੇ ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਬਸ ਆਹ ਕੁਛ ਮਿਲਦਾ ਹੈ। ਹੁਣ ਇੱਥੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਪਹਿਲੋਂ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਇਆ ਕਹਿੰਦੇ ਨੇ। ਔਰ ਇਵੇਂ ਦੇ ਜਿਹੜੇ ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ, ਸਾਡੇ ਕੋਲ ਸਮਝਾਉਣ ਵਾਸਤੇ ਕਥਾ ਕਹਾਣੀਆਂ ਵੀ ਬੜੀਆਂ ਹੁੰਦੀਆਂ ਨੇ। ਪਰ ਕਥਾ ਕਹਾਣੀਆਂ ਸੁਣ ਕੇ ਕਈ ਵਾਰੀ ਅਸੀਂ ਦਿਨਾਂ ਦੇ ਪਿੱਛੇ ਪੈ ਜਾਂਦੇ, ਕਈ ਵਾਰੀ ਨਾਂ ਦੇ ਪਿੱਛੇ ਪੈ ਜਾਂਦੇ ਕਿ ਉਹਦਾ ਨਾਂ ਕੀ ਸੀ। ਵੀ ਕਹਾਣੀ ਉੱਥੇ ਨਾਂ ਦੇ ਨਹੀਂ, ਨਾ ਕੋਈ ਵੀ ਲੈ ਲਈਏ, ਕਹਾਣੀ ਉੱਥੇ ਉਹ ਹੈ ਕਿ ਇਹਦੇ ਵਿੱਚੋਂ ਸਾਨੂੰ ਸਮਝ ਕੇ ਲੱਗੀ। ਕਹਿੰਦੇ ਇਵੇਂ ਦਾ ਹੀ ਇੱਕ ਪੰਡਤ ਵਿਦਵਾਨ ਕਥਾ ਸੁਣਾ ਰਿਹਾ ਹੈ, ਔਰ ਕਥਾ ਦੇ ਵਿੱਚ ਉਹਨੇ ਕਹਿ ਦਿੱਤਾ ਕਿ ਬੈਂਗਣ ਜਿਹੜੇ ਨੇ ਉਹ ਨਹੀਂ ਖਾਣੇ ਚਾਹੀਦੇ। ਕਥਾ ਦੇ ਵਿੱਚ ਉਹਨੇ ਕਹਿ ਦਿੱਤਾ ਕਿ ਸ਼ੂਦਰ ਬੜਾ ਮਾੜਾ, ਸ਼ੂਦਰ ਦੇ ਹੱਥ ਦੀ ਕੋਈ ਚੀਜ਼ ਖਾਣੀ ਨਹੀਂ ਚਾਹੀਦੀ। ਹੁਣ ਕਥਾ ਸੁਣਨ ਵਾਲਿਆਂ ਦੇ ਵਿੱਚ ਉਸ ਪੰਡਤ ਦੀ ਘਰ ਵਾਲੀ ਵੀ ਬੈਠੀ ਸੀ ਕਿ ਜਿਹੜੀ ਚੀਜ਼ ਨੂੰ ਸ਼ੂਦਰ ਦਾ ਹੱਥ ਲੱਗ ਜਾਓ ਬੜੀ ਮਾੜੀ ਹੁੰਦੀ, ਉਹਦੀ ਵਰਤੋਂ ਕਰਨੀ ਨਹੀਂ ਚਾਹੀਦੀ। ਉਹਨੂੰ ਇਹ ਗੱਲ ਸਮਝ ਲੱਗ ਗਈ। ਘਰ ਦੇ ਵਿੱਚ ਗਈ, ਉਹ ਪਹਿਲੋਂ ਤਾਂ ਬੈਂਗਣ ਬਣਾਉਣ ਲੱਗੀ ਕਿ ਹੁਣੇ ਕਥਾ ਸੁਣ ਕੇ ਆਏ, ਮੇਰੇ ਘਰ ਵਾਲਾ ਹੀ ਕਥਾ ਕਰਦਾ ਸੀ ਕਿ ਬੈਂਗਣ ਖਾਣੇ ਨਹੀਂ ਚਾਹੀਦੇ। ਉਹ ਚੁੱਕ ਕੇ ਬਾਹਰ ਕਿਸੇ ਨੂੰ ਦੇ ਦਿੱਤੇ, ਆਟਾ ਗੁੰਨਣ ਲੱਗੀ। ਤੇ ਫਿਰ ਵਿਚਾਰ ਆਈ ਕਿ ਉਹ ਕਥਾ ਕਰਦਿਆਂ ਘਰ ਵਾਲੇ ਨੇ ਵੀ ਕਿਹਾ ਸੀ ਕਿ ਜਿਹਨੂੰ ਸ਼ੂਦਰ ਦਾ ਹੱਥ ਲੱਗਿਆ ਉਹ ਕੋਈ ਚੀਜ਼ ਖਾਣੀ ਨਹੀਂ ਚਾਹੀਦੀ। ਜਿਹੜੀ ਚੱਕੇ ਤੋਂ ਆਟਾ ਪਿਆ ਕੇ ਲਿਆਈ ਉਹਨੂੰ ਤਾਂ ਲੋਕ ਸ਼ੂਦਰ ਹੀ ਕਹਿੰਦੇ ਨੇ। ਆਟਾ ਵੀ ਚੁੱਕ ਕੇ ਗਲੇ 'ਚ ਕਿਸੇ ਨੂੰ ਦੇ ਦਿੱਤਾ। ਚੌਲਾਂ ਨੂੰ ਹੱਥ ਲਾਇਆ, ਫਿਰ ਧਿਆਨ ਆਇਆ ਵੀ ਉਸੇ ਚੱਕੇ ਤੋਂ ਛਡਾ ਕੇ ਲੈਂਦੇ ਨੇ, ਉਹ ਵੀ ਦੇ ਦਿੱਤੇ। ਮੰਜਾ ਵਿਛਾਉਣ ਲੱਗੀ ਤੇ ਮੰਜੇ ਦਾ ਫਿਰ ਧਿਆਨ ਆ ਗਿਆ ਕਿ ਜਿੰਦੇ ਤੋਂ ਉਣਾਇਆ ਹੈ ਉਹ ਵੀ ਤੇ ਲੋਕੀ ਸ਼ੂਦਰ ਕਹਿੰਦੇ ਸਨ। ਘਰ ਵਿੱਚ ਘੜਾ ਪਿਆ, ਘੜੇ 'ਚੋਂ ਪਾਣੀ ਪਾਉਣ ਲੱਗੀ, ਧਿਆਨ ਫਿਰ ਆਇਆ ਤੇ ਘੁਮਿਆਰ ਨੇ ਬਣਾਇਆ, ਘੁਮਿਆਰ ਨੂੰ ਤੇ ਲੋਕ ਸ਼ੂਦਰ ਹੀ ਕਹਿੰਦੇ ਨੇ। ਮੁੱਕਦੇ ਗੱਲ ਕਿ ਜੋ ਕੁਛ ਹੱਥ ਆਇਆ ਸਾਰਾ ਕੁਛ ਬਾਹਰ ਸੁੱਟ ਦਿੱਤਾ। ਹੁਣ ਕਥਾ ਕਰਕੇ ਪੰਡਤ ਜੀ ਘਰ ਆਏ, ਆ ਕੇ ਵੇਖਦੇ ਨੇ ਕਿ ਮੰਜਾ ਕੋਈ ਕਹਿੰਦੇ ਥੱਲੇ ਬੋਰੀ ਵਿਛੀ, ਇਹਦੇ ਤੇ ਬਹਿ ਜਾ। ਮੰਜਾ ਕਿੱਥੇ ਗਿਆ? ਕਹਿੰਦੇ ਮੰਜਾ ਤੇ ਸੁੱਟਤਾ ਬਾਹਰ, ਦੇ ਦਿੱਤਾ ਕਿਸੇ ਨੂੰ। ਕਿਉਂ? ਕਹਿੰਦੇ ਸ਼ੂਦਰ ਦੇ ਹੱਥ ਲੱਗੇ ਸਨ। ਹੁਣ ਰੋਟੀ ਲੈ ਕੇ ਆ, ਕਹਿੰਦੇ ਰੋਟੀ ਬਣਾਵਾਂ ਕੀ? ਆਟੇ ਨੂੰ ਵੀ ਸ਼ੂਦਰ ਦੇ ਹੱਥ ਲੱਗੇ ਨੇ, ਚੌਲਾਂ ਨੂੰ ਵੀ ਲੱਗੇ ਨੇ, ਮੈਂ ਤਾਂ ਬਣਾਏ ਕੁਝ ਨਹੀਂ। ਮੱਥੇ ਤੇ ਹੱਥ ਮਾਰੇ ਕਿ ਇਹਨੇ ਕਿੱਥੋਂ ਸੁਣ ਲਿਆ? ਕਹਿੰਦੇ ਤੁਹਾਡੇ ਤੋਂ ਸੁਣਿਆ, ਤੁਸੀਂ ਕਥਾ ਕੀਤੀ ਸੀ। ਉਹ ਕਹਿੰਦੇ ਚਲੋ ਕੁਝ ਨਹੀਂ, ਘੱਟੋ ਘੱਟ ਭੁੱਖ ਲੱਗੀ, ਦੁੱਧ ਦਾ ਗਲਾਸ ਹੀ ਲੈ ਆਇਆ। ਹੁਣ ਘਰ ਵਾਲੇ ਕਹਿੰਦੇ ਦੁੱਧ ਮੈਂ ਲਿਆ ਸੀ ਦੁੱਧੀ ਤੋਂ, ਪਰ ਧਿਆਨ ਫਿਰ ਆ ਗਿਆ ਦੁੱਧ ਵੀ ਲੋਕ ਇਹਨੂੰ ਨੀਚ ਜਾਤ ਦਾ ਕਹਿੰਦੇ ਸਨ, ਸ਼ੂਦਰ ਕਹਿੰਦੇ ਨੇ। ਮੈਂ ਤਾਂ ਦੁੱਧ ਵੀ ਕੁੱਤਿਆਂ ਨੂੰ ਪਾ ਦਿੱਤਾ। ਹੁਣ ਮੱਥੇ ਤੇ ਹੱਥ ਰੱਖ ਕੇ ਨਾਲੇ ਪਛਤਾਵੇ ਤੇ ਨਾਲੇ ਕਵੇ ਕਥਾ ਤਾਂ ਲੋਕਾਂ ਵਾਸਤੇ ਸੀ, ਭਗਵਾਨ ਨੇ ਤੂੰ ਤੇ ਘਰ ਹੀ ਉਜਾੜ ਦਿੱਤਾ ਹੈ, ਤੇਰੇ ਵਾਸਤੇ ਥੋੜ੍ਹੀ ਸੀ, ਇਹ ਸਾਡੇ ਵਾਸਤੇ ਥੋੜ੍ਹੀ ਹੁੰਦੀ ਕਥਾ। ਬਸ ਕੇਵਲ ਦੂਜਿਆਂ ਨੂੰ ਸੁਣਾਉਣੀ। ਔਰ ਧੰਨ ਗੁਰੂ ਅਰਜਨ ਦੇਵ ਜੀ ਨੇ ਫੈਸਲਾ ਦੇ ਦਿੱਤਾ, ਭਾਈ ਜੇ ਕੇਵਲ ਦੂਜਿਆਂ ਨੂੰ ਸੁਣਾਉਣਾ, ਆਪ ਨਹੀਂ ਕਰਨਾ, ਤੇ ਫਲ ਤੇ ਜ਼ਰੂਰ ਮਿਲਦਾ ਇਹ ਹੈ ਕਿ 84 ਦਾ ਗੇੜ ਪੈ ਜਾਂਦਾ ਹੈ। ਇਹ ਫਲ ਜ਼ਰੂਰ ਮਿਲਦਾ, ਤੇ ਮਿਲਦਾ ਇਹ ਹੈ ਕਿ ਆਵਤ ਜਾਵਤ ਜਨਮੈ ਮਰੈ। ਨਹੀਂ, ਸਤਿਗੁਰੂ ਜੀ ਕਿਰਪਾ ਕਰਕੇ ਅੱਜ ਸਮਝਾਉਂਦੇ ਨੇ, ਪਹਿਲੋਂ ਆਪਣੇ ਮਨ ਨੂੰ ਸਮਝਾ ਰਹੇ ਨੇ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਵੀ ਨੇ ਕਿ ਪਾਰ ਉਤਾਰਾ ਹੋਣਾ ਤਾਂ ਹੀ ਇਹ ਪ੍ਰਥਮ ਹੈ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਛਾਵ ਹੈ। ਆਪ ਉਸ ਮੁਤਾਬਕ ਚੱਲਿਆ ਹੋਵੇ, ਮਨ ਨੂੰ ਸੁਧਿਆ ਹੋਵੇ, ਤੇ ਉਹਦੇ ਕਹੀ ਹੋਈ ਗੱਲ ਦਾ ਅਸਰ ਵੀ ਛੇਤੀ ਲੋਕ ਕਬੂਲਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ
ਸੁਲਤਾਨਪੁਰ ਦੇ ਵਿੱਚ ਉਹਨਾਂ ਕਾਦੀਆਂ ਦਾ, ਉਹਨਾਂ ਮੁੱਲਿਆਂ ਦਾ ਉੱਥੇ ਮਾਣ, ਇਹ ਅੰਦਰ ਦਾ ਭਰਮ ਵੀ ਦੂਰ ਕੀਤਾ ਸੀ ਕਿ ਜਦੋਂ ਕਹਿੰਦੇ ਆਵਾਜ਼ ਦਿੱਤੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ, ਕਹਿੰਦੇ ਜੇ ਤੁਸੀਂ ਕਿਸੇ ਨੂੰ ਨਹੀਂ ਮੰਨਦੇ, ਸਾਰੇ ਇੱਕੋ ਜਿਹੇ ਨੇ, ਫਿਰ ਸਾਡੇ ਨਾਲ ਨਮਾਜ਼ ਪੜ੍ਹੋ। ਪਤਾ ਸੀ ਨਮਾਜ਼ ਪੜ੍ਹਨਗੇ ਅਸੀਂ ਕਹਿ ਦੇਣਾ ਮੁਸਲਮਾਨ ਨੇ, ਨਾ ਪੜ੍ਹਨਗੇ ਅਸੀਂ ਕਹਿਣਾ ਸਾਡੇ ਨਾਲ ਪੜ੍ਹੀ ਕੋਈ ਨਹੀਂ। ਉੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਨਮਾਜ਼ ਮੈਂ ਜ਼ਰੂਰ ਪੜ੍ਹਦਾ। ਜਦੋਂ ਪੁੱਛਿਆ ਕਿ ਅਸੀਂ ਪੜ੍ਹਦੇ ਰਹੇ, ਤੁਸੀਂ ਖਲੋ ਗਏ, ਤੁਸੀਂ ਝੁਕੇ ਹੀ ਨਹੀਂ, ਪੜ੍ਹੀ ਨਹੀਂ। ਔਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਾਈ ਤੁਸੀਂ ਤਾਂ ਕਿਹਾ ਸੀ ਸਾਡੇ ਨਾਲ ਪੜ੍ਹਨੀ ਹੈ, ਤੁਸੀਂ ਤਾਂ ਪੜ੍ਹੀ ਕੋਈ ਨਹੀਂ। ਤੁਹਾਡੇ 'ਚ ਕੇਵਲ ਢਾਂਚੇ ਨੇ ਪੜ੍ਹੀ ਹੈ, ਸਰੀਰ ਨੇ ਪੜ੍ਹੀ ਮੂੰਹ ਕਰਕੇ। ਇੱਥੇ ਤਾਂ ਗੱਲ ਗੁਰੂ ਸਾਹਿਬ ਜੀ ਕਰਦੇ ਨੇ, ਇਹ ਮਨ ਹਰ ਜੇ ਧਿਆਏ ਤੂੰ, ਇੱਕ ਮਨ ਇੱਕ ਚਿੱਤ ਹੋਏ। ਨਵਾਬ ਸਾਹਿਬ 13 ਮਨ ਤੇ ਕਾਬਲ ਦੇ ਵਿੱਚ ਘੋੜੇ ਖਰੀਦ ਰਿਹਾ ਸੀ, ਔਰ ਮੌਲਵੀ ਸਾਹਿਬ 13 ਤੇ ਧਿਆਨ ਹੀ ਘਰ ਦੇ ਵਿੱਚ ਸੀ ਕਿ ਵਿਸ਼ੇਰਾ ਕਿਤੇ ਖੱਡੇ 'ਚ ਨਾ ਡਿੱਗ ਜੇ। ਨਵਾਜ਼ ਪੜ੍ਹਦਾ ਕਹਿੰਦੇ ਨਾਲ, ਕੋਈ ਵਪਾਰੀ ਬਣਿਆ ਸੀ, ਕੋਈ ਘਰ ਦੇ ਕੰਮਾਂ 'ਚ ਭੱਜਿਆ ਫਿਰਦਾ ਸੀ, ਨਵਾਜ਼ ਕਹਿੰਦੇ ਨਾਲ ਪੜ੍ਹਦੀ ਹੈ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਮਨ ਨੂੰ ਸੰਬੋਧਨ ਕਰਦੇ ਹੋਏ, ਮਨ ਨੂੰ ਟਿਕਾ ਕੇ, ਇਹ ਮਨ ਹਰ ਜੇ ਧਿਆਏ ਤੂੰ, ਔਰ ਨਾਲ ਸਪਸ਼ਟ ਕਿਹਾ ਕਿਵੇਂ ਧਿਆਉਣਾ ਹੈ। ਇੱਕ ਮਨ ਇੱਕ ਚਿੱਤ ਭਾਏ। ਔਰ ਕਈ ਵਾਰ ਮੇਰੇ ਵਰਗਾ 5 ਬਾਣੀਆਂ ਵੀ ਪੜ੍ਹ ਜਾਂਦਾ ਹੈ, ਪਤਾ ਲੱਗਦਾ ਪਾਠ ਹੋ ਵੀ ਗਿਆ, ਕਿਉਂਕਿ ਮਨ ਤੇ ਕਿਤੇ ਹੋਰ ਗਿਆ ਹੈ। ਜਪਜੀ ਸਾਹਿਬ ਪੜ੍ਹ ਲਿਆ, ਸ਼ਲੋਕ ਪੜ੍ਹ ਲਿਆ, ਜਿੰਨੇ ਨਾਮ ਧਿਆਇਆ ਗਏ ਮਸ਼ੱਕਤ ਕਾਲ ਕਹਿ ਕੇ ਫਿਰ ਸੋਚਦਾ ਕਿ ਪੜ੍ਹ ਵੀ ਲਿਆ ਸਾਰਾ ਕਿ ਨਹੀਂ, ਕਿਉਂਕਿ ਜ਼ਬਾਨ ਕਰਕੇ ਤਾਂ ਰਟਿਆ ਹੋਇਆ ਯਾਦ ਹੈ, ਜ਼ਬਾਨੀ ਪੜ੍ਹਦੇ ਪਾਠ ਹੋ ਵੀ ਗਿਆ, ਮਨ ਉੱਥੇ ਹੈ ਹੀ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਮਨ ਕਰਕੇ, ਮਨ ਨੂੰ ਟਿਕਾ ਕੇ, ਇੱਕ ਮਨ ਇੱਕ ਚਿੱਤ ਹੋਣਾ ਕਿਵੇਂ ਹੈ। ਔਰ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਕਿਰਪਾ ਕੀਤੀ ਕਿ ਉਹਨਾਂ ਨੂੰ ਜ਼ਰੂਰ ਨਹੀਂ ਕਿਤੇ 2 ਘੰਟੇ 4 ਘੰਟੇ ਜਪਣਾ ਪਏਗਾ, ਤੇ ਰੋਜ਼ ਜਪਣਾ ਪਏਗਾ ਤਾਂ ਹੀ ਪਾਰ ਉਤਾਰ। ਇਹ ਮਨ ਜਿੱਦਣ ਇੱਕ ਹੋ ਗਿਆ, ਇੱਕ ਮਨ ਇੱਕ ਚਿੱਤ ਹੋ ਗਿਆ ਨਾ, ਉਦੋਂ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਬਸ ਇੱਕ ਛਿਨ ਵਾਹਿਗੁਰੂ ਕਿਹਾ ਹੋਇਆ। ਵਾਹਿਗੁਰੂ ਕਹਿਣ ਦੇ ਵਿੱਚ ਵੀ ਟਾਈਮ ਲੱਗਦਾ, ਇੱਕ ਛਿਨ ਬਸ ਉਹਨੂੰ ਚੇਤੇ ਕਰ ਲਿਆ ਤੂੰ ਜਮਾਂ ਦੀਆਂ ਖਾਈਆਂ ਤੋਂ ਬਚ ਗਿਆ। ਉਹ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਕਿ ਇੱਕ ਚਿੱਤ ਜਿਹੇ ਇੱਕ ਛਿਨ ਧਿਆਇਓ, ਇੱਕ ਛਿਨ ਦੀ ਗੱਲ ਕੀਤੀ, ਔਰ ਛਿਨ ਅੱਖ ਝਮਕਣ ਜਿੰਨਾ ਉਸ ਤੋਂ ਵੀ ਘੱਟ ਦਾ ਸਮਾਂ ਹੈ। ਇੱਕ ਚਿੱਤ ਜਿਹੇ ਇੱਕ ਛਿਨ ਧਿਆਇਓ, ਕਾਲ ਪਾਸ ਕੇ ਬੀਜ ਨ ਆਇਓ। ਹੁਣ ਸਤਿਗੁਰੂ ਜੀ ਇੱਕ ਚਿੱਤ ਕਿਵੇਂ ਹੋਣਾ ਹੈ, ਇਹਦੇ ਪਿੱਛੇ ਬੜੇ ਭਰਮ ਭੁਲੇਖੇ ਪਾਏ। ਕਿਸੇ ਨੇ ਕਿਹਾ ਚੌਂਕੜੀ ਮਾਰੋ, ਅੱਖਾਂ ਬੰਦ ਕਰੋ ਤਾਂ ਹੀ ਘੁੰਮਣ ਹੋਇਆ ਜਾਣਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਨੂੰ ਰੋਜ਼ ਕਹਿੰਦੇ ਨੇ ਭਾਈ ਅੱਖਾਂ ਤੇ ਬਗਲੇ ਵੀ ਬੰਦ ਕਰ ਦੇਣੇ, ਅੱਖਾਂ ਬੰਦ ਕਰਕੇ ਇੱਕ ਚਿੱਤ ਨਹੀਂ ਹੋਇਆ ਜਾਣਾ। ਇੱਕ ਚਿੱਤ ਕਿਵੇਂ ਹੋਈ? ਭਗਤ ਤਰਲੋਚਨ ਜੀ ਨੇ ਭਗਤ ਨਾਮਦੇਵ ਨੂੰ ਪੁੱਛਿਆ ਸੀ ਕਿ ਰੱਬ ਦੀਆਂ ਗੱਲਾਂ ਤਾਂ ਬੜੀਆਂ ਸੁਣਾਉਣਾ, ਪਰ ਮੈਨੂੰ ਤਾਂ ਕਦੇ ਦੱਸਿਆ ਨਹੀਂ ਤੂੰ ਭਗਤੀ ਕਰਦਾ ਹੋਵੇਗਾ, ਮੈਨੂੰ ਤਾਂ ਕਦੇ ਦੱਸਿਆ ਨਹੀਂ, ਕਿਉਂਕਿ ਅੱਖਾਂ ਬੰਦ ਕਰਕੇ ਨਹੀਂ ਸੁਣਨਾ ਬੈਠਣੀ ਕਿ ਤੂੰ ਰੱਬ ਦੀ ਭਗਤੀ ਕਰਦਾ ਵੀ ਹੈ ਕਿ ਕੇਵਲ ਗੱਲਾਂ ਹੀ ਗੱਲਾਂ ਕਰਨਾ ਹੈ। ਉੱਤੇ ਸਵਾਲ ਤੇ ਜਵਾਬ ਦੋਵੇਂ ਸ਼ਲੋਕ ਭਗਤ ਨਾਮਦੇਵ ਜੀ ਦੀ ਬਾਣੀ ਦੇ ਵਿੱਚ ਨੇ। ਭਗਤ ਤਰਲੋਚਨ ਜੀ ਸਵਾਲ ਕਰਦੇ ਨੇ, ਨਾਮਾ ਮਾਇਆ ਮੋਹਿਆ ਕਹਿ ਤਰਲੋਚਨ ਮੀਤ। ਤਰਲੋਚਨ ਮਿੱਤਰ ਕਹਿੰਦਾ ਤੇ ਕਹਿੰਦਾ ਕੀ ਹੈ? ਕਹਿੰਦਾ ਦੇਖ ਤੂੰ ਕਾਹੇ ਛਿਪੋ ਸ਼ਾਇ ਲੈ, ਰਾਮ ਨ ਲਾਵੋ ਚੇਤ। ਤੂੰ ਆ ਸ਼ਾਰੇ ਸ਼ਬਦ ਰਹਿੰਦਾ, ਕਦੇ ਚਿੱਤ ਰਾਮ ਦੇ ਨਾਲ ਵੀ ਲਾਇਆ ਕਿ ਨਹੀਂ? ਭਗਤ ਨਾਮਦੇਵ ਜੀ ਕੋਈ ਜਵਾਬ ਦਿੰਦੇ ਨੇ, ਕਹਿੰਦੇ ਵੀ ਮੇਰਾ ਤੇ ਚਿੱਤ ਹਰ ਵੇਲੇ ਲੱਗਾ ਰਹਿੰਦਾ ਹੈ, ਪਰ ਚਿੱਤ ਲਾਉਣ ਦੇ ਸਾਨੂੰ ਢੰਗ ਤਰੀਕੇ ਇਵੇਂ ਦੇ ਦੱਸੇ ਕਿ ਭਰਮ ਵਿੱਚ ਬੰਦਾ ਪੈ ਹੀ ਜਾਂਦਾ ਹੈ ਕਿ ਸ਼ਾਇਦ ਇਸੇ ਢੰਗ ਨਾਲ ਚਿੱਤ ਲੱਗਣਾ ਹੈ। ਉੱਥੇ ਭਗਤ ਨਾਮਦੇਵ ਜੀ ਕਹਿੰਦੇ ਨੇ, ਨਾਮਾ ਕਹਿ ਤਿਲੋਚਨਾ ਮੁਕਤੇ ਰਾਮ ਸਮਾਲ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕੰਮ ਜਿਹੜਾ ਮਰਜ਼ੀ ਕਰ, ਹੱਥਾਂ ਪੈਰਾਂ ਨੇ ਕੰਮ ਕਰਨਾ ਹੈ, ਪਰ ਸਾਡੀ ਕਹਾਣੀ ਉਲਟੀ ਹੋ ਗਈ। ਅਸੀਂ ਹੱਥਾਂ ਪੈਰਾਂ ਨਾਲ, ਸਰੀਰ ਨਾਲ, ਜ਼ਬਾਨ ਨਾਲ ਤੇ
ਧਿਆ ਲੈਂਦੇ ਹਾਂ, ਜਪ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਸੁਣ ਲੈਂਦੇ ਹਾਂ, ਪਰ ਜਿਹੜਾ ਚਿੱਤ ਲਾਉਣਾ ਸੀ ਚਿੱਤ ਕਿਤੇ ਹੋਰ ਹੀ ਪਾਸੇ ਹੁੰਦਾ ਹੈ। ਨਹੀਂ, ਸਤਿਗੁਰੂ ਜੀ ਕਹਿੰਦੇ ਨੇ ਇਹ ਮਨ, ਇਹ ਮਨਾ ਹਰ ਜੇ ਧਿਆਏ ਤੂੰ, ਤੇ ਧਿਆਉਣਾ ਕਿਵੇਂ? ਇੱਕ ਮਨ ਇੱਕ ਚਿੱਤ ਭਾਏ, ਉਹਨੂੰ ਭਾ ਜਾਵੇ ਜਿਹੜਾ ਇੱਕ ਚਿੱਤ ਹੋ ਕੇ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਕਹਿੰਦੇ ਮੇਰੇ ਉਸ ਹਰੀ ਪਰਮੇਸ਼ਰ ਦੀਆਂ ਵਡਿਆਈਆਂ ਬੜੀਆਂ ਨੇ, ਸਦਾ ਵਡਿਆਈਆਂ ਹੁੰਦੀਆਂ ਨੇ, ਉਹ ਦੇ ਕੇ ਕਦੇ ਪਛਤਾਉਂਦਾ ਨਹੀਂ। ਹੋ ਹਰ ਕੈ ਸਦ ਬਲਿਹਾਰਣੈ, ਜਿਤ ਸੇਵੈ ਸੁਖ ਪਾਏ। ਧੰਨ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਹੋ ਹਰ ਕੈ ਸਦ ਬਲਿਹਾਰਣੈ, ਮੈਂ ਉਸ ਹਰੇ ਰੱਬ ਪਰਮਾਤਮਾ ਤੋਂ ਸਦਾ ਬਲਿਹਾਰੇ ਜਾਵਾਂ। ਔਰ ਦੇਖੋ ਧੰਨ ਗੁਰੂ ਅਮਰਦਾਸ ਜੀ ਨੇ ਜਿਹੜੇ ਪਾਵਨ ਬਚਨ ਕਹੇ, ਇਹ ਮਨ ਹਰ ਜੀ ਧਿਆਏ ਤੂੰ, ਮਨ ਨੂੰ ਸਮਝਾ ਕੇ ਕਹੇ। ਔਰ ਇਸ ਕਰਕੇ ਕਹੇ ਕਿ ਮਨਾ ਇੰਨੇ ਸਾਲ ਲੰਘ ਗਏ, ਪਤਾ ਹੀ ਨਹੀਂ ਲੱਗਾ, ਭੁਲੇਖਿਆਂ ਦੇ ਵਿੱਚ ਲੰਘ ਗਏ ਕਿ ਗੰਗਾ 'ਤੇ ਜਾਣਾ ਚਾਹੀਦਾ ਹੈ, ਤੀਰਥਾਂ 'ਤੇ ਜਾਣਾ ਚਾਹੀਦਾ ਹੈ। ਤੇ ਜਦੋਂ ਸਮਝ ਲੱਗੀ ਉਦੋਂ ਕਹਿੰਦੇ ਨੇ ਮਾਣਾ ਕਿਹੜੇ ਪਾਸੇ ਚੱਲ ਪਿਆ। ਤੇਰਾ ਜਨਮ ਸੰਸਾਰ ਦੇ ਵਿੱਚ ਇਸ ਕਰਕੇ ਨਹੀਂ ਸੀ ਹੋਇਆ, ਤੂੰ ਭਰਮਾਂ ਦੇ ਵਿੱਚ ਪਵੇਂ, ਭੁਲੇਖਿਆਂ ਦੇ ਵਿੱਚ ਪਵੇਂ। ਇੱਕ ਵਾਰ ਹੋ ਕੇ ਧਿਆਉਣਾ ਤੇ ਉਹਨੂੰ ਸੀ ਜਿਹੜਾ ਅੰਦਰ ਬੈਠਾ ਹੋਇਆ ਹੈ। ਹੁਣ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਰਨਾ ਕੀ ਹੈ? ਕਹਿੰਦੇ ਉਸ ਹਰੇ ਪਰਮਾਤਮਾ ਤੋਂ ਬਲਿਹਾਰਨੇ ਜਾਈਏ। ਜਿਤ ਸੇਵਿਆ ਸੁਖ ਪਾਏ, ਜਿਹਨੂੰ ਅਸਲ ਵਿੱਚ ਸਿਮਰ ਕੇ, ਸੇਵਿਆਂ ਦਾ ਅਰਥ ਸਿਮਰਨ, ਔਰ ਸੇਵਾ ਵੀ ਸਿਮਰਨ ਬਣ ਜਾਂਦੀ ਹੈ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਕੀ ਸੇਵਾ ਸਫਲ ਹੈ। ਜੇ ਕੋ ਕਰੇ ਚਿੱਤ ਲਾਏ, ਚਿੱਤ ਲਾ ਕੇ ਕੀਤੀ ਹੋਈ ਸੇਵਾ ਹੀ ਸਿਮਰਨ ਹੋ ਜਾਂਦੀ ਹੈ, ਉਹ ਸੇਵਾ ਹੈ ਵੀ ਸਫਲ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਜਿਤ ਸੇਵੇ ਸੁਖ ਪਾਏ, ਉਹਦੇ ਤੋਂ ਬਲਿਹਾਰ ਜਾਈਏ ਜਿਹਨੂੰ ਸਿਮਰ ਕੇ ਸੁਖ ਮਿਲਦਾ ਹੈ। ਤੇ ਜਿਹਦੀ ਸੇਵਾ ਕਰਕੇ ਸਿਮਰਨ ਕਰਕੇ ਡਰ ਫਿਰ ਵੀ ਇਹ ਰਹੇ ਕਿ ਕੋਈ ਚਿੱਤਰਗੁਪਤ ਹੈ, ਉਹ ਕੋਈ ਵਹੀ ਕੱਢ ਕੇ ਬੈਠ ਜਾਏਗਾ, ਉਹ ਕੋਈ ਲੇਖਾ ਲਵੇਗਾ, ਉਸ ਲੇਖੇ ਤੋਂ ਬਚਣਾ ਤੇ ਮਾਵਾਂ ਦੀ ਦਾਲ ਚੜਾਓ, ਉਸ ਲੇਖੇ ਤੋਂ ਬਚਣਾ ਤੇ ਝਾੜੂ ਚੜਾਓ। ਇਹ ਜਿਹੜੇ ਲੂਣ ਦੇ ਢੇਰ ਗੁਰੂ ਘਰਾਂ ਦੇ ਵਿੱਚ ਲੱਗੇ ਨੇ, ਇਹ ਕੋਈ ਇਸ ਕਰਕੇ ਨਹੀਂ ਦਿੰਦੇ ਕਿ ਲੰਗਰ ਵਿੱਚ ਕੰਮ ਆ ਜਾਏਗਾ। ਇਹ ਇਵੇਂ ਦੇ ਭਰਮ ਪਾਏ ਗਏ, ਉਹਨਾਂ ਭਰਮਾਂ ਵਿੱਚ ਅਸੀਂ ਫਸੇ ਹੋਏ ਹਾਂ। ਭਾਈ ਜਿਹਦੇ ਸੇਵਾ ਕਰਕੇ ਸੁੱਖ ਮਿਲਦਾ, ਜੇ ਅੰਦਰ ਦੇ ਭਰਮ ਹੀ ਨਹੀਂ ਗਏ ਤੇ ਫਿਰ ਉਹ ਸੇਵਾ ਗੁਰੂ ਸਾਹਿਬ ਜੀ ਕਹਿੰਦੇ ਨੇ ਤੇ ਕੰਮ ਬੜਾ ਔਖਾ ਹੈ ਜੀ। ਕਿ ਜਿਹਦੇ ਸੇਵਾ ਕਰਕੇ ਫਿਰ ਲੇਖਾ ਦੇਣਾ ਪਵੇ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਸ ਕੇ ਸੇਵਾ ਕੀਤੀ ਫਿਰ ਲੇਖਾ ਮੰਗੀਏ, ਸਾ ਸੇਵਾ ਔਖੀ ਹੋਈ ਹੈ ਤੇ ਬੜਾ ਔਖਾ ਕੰਮ ਹੈ। ਸੇਵਾ ਵੀ ਕੀਤੀ, ਲੇਖੇ ਦਾ ਡਰ ਫਿਰ ਵੀ ਰਹਿ ਗਿਆ। ਸਤਿਗੁਰੂ ਜੀ ਕਹਿੰਦੇ ਨੇ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੇ ਨਾ ਕੋਈ। ਉਰੇ ਭਰੋਸਾ ਰੱਖ ਕੇ ਕਰੋ। ਤੇ ਜਿਨ੍ਹਾਂ ਨੇ ਭਰੋਸਾ ਕੀਤਾ ਫਿਰ ਮੇਰੇ ਗੁਰੂ ਸਾਹਿਬ ਨੂੰ ਪਾਵਨ ਬਚਨ ਕਹੇ ਵੀ ਨੇ ਨਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਉੱਥੇ ਜਾ ਕੇ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਮੇਰੇ ਗੁਰੂ ਨੇ ਆਪ ਧਰਮ ਰਾਜ ਦੇ ਕਾਗਜ਼ ਪਾੜ ਦਿੱਤੇ। ਹੋ ਸਕਦਾ ਲੇਖਾ ਲਿਖਦਾ ਹੋਵੇ, ਹੋ ਸਕਦਾ ਚਿੱਤਰਗੁਪਤ ਬੜਾ ਕੁਝ ਲਿਖਦੇ ਹੋਣਾ। ਤੇ ਜਦੋਂ ਭਰੋਸਾ ਹੋਵੇ ਮੈਂ ਗੁਰੂ ਦਾ ਹਾਂ, ਪੂਰੇ ਗੁਰੂ ਦੀ ਸੇਵਾ ਕੀਤੀ ਹੈ, ਤੇ ਫਿਰ ਭਰੋਸੇ ਨਾਲ ਕਹਿੰਦਾ ਵੀ ਲਿਖੀ ਜਾਓ, ਲਿਖ ਲਿਓ ਆਲ ਪਤਾਲ, ਜੋ ਮਰਜ਼ੀ ਲਿਖੀ ਜਾਓ, ਮੈਨੂੰ ਕੀ ਪਰਵਾਹ ਹੈ, ਕਿਉਂਕਿ ਮੇਰਾ ਗੁਰੂ ਮੇਰੇ ਨਾਲ ਹੈ। ਔਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਉਸ ਗੁਰੂ ਦੀ ਸੇਵਾ ਕਰ ਜਿੰਦੇ ਤੋਂ ਸਦੀਵੀ ਸੁੱਖ ਮਿਲਦਾ ਹੈ, ਜਿਹੜਾ ਆਪ ਸਦੀਵੀ ਹੈ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਹਾਲਤ ਸੁੱਖ ਪਲਤ ਸੁੱਖ, ਨਿਤ ਸੁੱਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜਿਹਦੇ ਵਿੱਚੋਂ ਸਦਾ ਸੁੱਖ ਹੈ, ਜਿਹਨੇ ਆਪ ਸਦਾ ਰਹਿਣਾ ਹੈ, ਉਹਦੀ ਸੇਵਾ ਕਰੋ। ਕਹਿੰਦੇ ਉਹਦੇ ਤੋਂ ਬਲਿਹਾਰ ਜਾਈਏ। ਜਿਤ ਸੇਵੇ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹਿ, ਹੋਮੈ ਸ਼ਬਦ ਜਲਾਏ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੇ ਗੁਰਮੁਖ ਨੇ, ਗੁਰੂ ਦੇ ਸਨਮੁਖ ਹੋ ਗਏ, ਉਹ ਗੁਰੂ ਨਾਲ ਮਿਲੇ ਹੀ ਰਹਿੰਦੇ ਨੇ। ਉਹ ਸਿਰਫ ਇੰਨਾ ਨਹੀਂ ਕਿ ਸਵੇਰੇ ਸ਼ਾਮੀ ਆ ਗਏ ਤੇ ਤਾਂ ਹੀ ਮਿਲਦੇ ਨੇ। ਉਹ ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਕੰਮ ਧੰਦਾ ਕਰਦਿਆਂ ਹਰ ਵੇਲੇ ਗੁਰੂ ਨਾਲ ਮਿਲੇ ਹੀ ਹੋਏ ਨੇ, ਕਿਉਂਕਿ ਗੁਰੂ ਸਿਮਰਨ ਵਿੱਚ ਹੈ, ਗੁਰੂ ਚੇਤੇ ਵਿੱਚ ਹੈ।
ਨਾਨਕ ਗੁਰਮੁਖ ਮਿਲ ਰਹਿ ਤੇ ਕਿਵੇਂ ਮਿਲ ਕੇ ਰਹਿੰਦੇ ਨੇ ਜੀ। ਹਉਮੈ ਸ਼ਬਦ ਜਲਾਏ, ਸ਼ਬਦ ਦੱਦੇ ਨੂੰ ਸਿਹਾਰੀ ਹੈ, ਕਿਉਂਕਿ ਗੁਰੂ ਦੇ ਸ਼ਬਦ ਦੇ ਰਾਹੀਂ ਉਹਨਾਂ ਨੇ ਆਪਣੇ ਅੰਦਰ ਦੇ ਹਉਮੈ ਨੂੰ ਸਾੜ ਦਿੱਤਾ ਹੈ। ਹਉਮੈ ਮੈਂ ਵਿੱਚ ਰਹੀ ਨਹੀਂ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ, ਭਗਤਾਂ ਨੇ ਪਾਵਨ ਬਚਨ ਕਹੇ ਨੇ, ਜਬ ਹਮ ਹੋਤੇ ਤਬ ਤੂੰ ਨਹੀਂ। ਜਦੋਂ ਤੱਕ ਇਹ ਸੀ ਕਿ ਮੈਂ ਹਾਂ, ਮੈਂ ਵੀ ਕੁਝ ਹਾਂ, ਬਸ ਉਦੋਂ ਤੂੰ ਨਹੀਂ ਸੀ, ਅਬ ਤੂੰ ਹੀ ਮੈਂ ਨਹੀਂ। ਗੁਰੂ ਦੇ ਸ਼ਬਦ ਰਾਹੀਂ ਅੰਦਰੋਂ ਮੈਂ ਹੀ ਮੁੱਕ ਗਈ, ਮੈਂ ਹੀ ਮਰ ਗਈ, ਤੇ ਫਿਰ ਜਿੱਥੇ ਜਾਵੇ ਉਹ ਗੁਰੂ ਦੇ ਨਾਲ ਹੀ ਰਹੇਗਾ ਨਾ ਜੀ, ਵੀ ਹੈ ਹੀ ਗੁਰੂ, ਹੈ ਹੀ ਰੱਬ। ਮਹੱਲਾ ਤੀਜਾ। ਅੱਗੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਸੇਵਾ ਮਿਲਦੀ ਕਿਹਨਾਂ ਨੂੰ ਹੈ, ਇਹ ਸੇਵਾ ਕਰ ਕੌਣ ਸਕਦਾ ਹੈ ਕਿ ਗੁਰੂ ਹਰ ਵੇਲੇ ਨਾਲ ਰਹੇ। ਕਹਿੰਦੇ ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ। ਇਹ ਗੁਰੂ ਆਪ ਹੀ ਆਪਣੀ ਬਖਸ਼ਿਸ਼ ਕਰਕੇ ਜਿਹਨੂੰ ਆਪਣੀ ਸੇਵਾ ਦੇ ਵਿੱਚ ਲਾ ਲਵੇ, ਆਪਣੀ ਦੱਸੀ ਹੋਈ ਸੇਵਾ ਦੇ ਵਿੱਚ ਲਾ ਲਵੇ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਸੇਵਾ ਕਰਨੀ ਵੀ ਉਹ ਚਾਹੀਦੀ ਹੈ ਜਿਹੜੀ ਸਫਲ ਹੋ ਜਾਏ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰ ਕੇ ਟਹਿਲ ਗੁਰੂ ਕੀ ਸੇਵਾ। ਗੁਰੂ ਦੇ ਟਹਿਲ ਤੇ ਗੁਰੂ ਦੀ ਸੇਵਾ ਹੈ ਕੀ ਭਾਈ? ਬਸ ਕਹਾਣੀ ਅਸਲ ਵਿੱਚ ਹੈ ਕਿ ਸਾਨੂੰ ਇਹ ਸਮਝ ਨਹੀਂ ਆਈ, ਗੁਰੂ ਕੇ ਟਹਿਲ ਗੁਰੂ ਕੀ ਸੇਵਾ ਹੈ ਕੀ। ਅਗਲੀ ਪੰਕਤੀ ਜਿਹੜੀ ਇਸ ਤੋਂ ਅੱਗੇ ਅੱਧੀ ਪੰਕਤੀ ਤਾਂ ਅਸੀਂ ਪੜ੍ਹ ਦਿੰਦੇ ਹਾਂ। ਟੋਕਰੀਆਂ ਢੋਲੀਆਂ ਲੈਂਟਰ ਪਾ ਦਿੱਤਾ, ਭਾਂਡੇ ਮਾਂਜ ਲਏ, ਝਾੜੂ ਫੇਰ ਦਿੱਤਾ, ਇਹ ਗੁਰੂ ਦੀ ਸੇਵਾ ਹੀ ਹੈ। ਪਰ ਅਸੀਂ ਸੇਵਾ ਸਿਰਫ ਇੱਥੋਂ ਤੱਕ ਸੀਮਿਤ ਰੱਖ ਲਈ। ਪਰ ਅਸਲ ਸੇਵਾ ਕੀ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਗੁਰ ਕੇ ਸੇਵਾ। ਹੁਣ ਗੁਰੂ ਦੀ ਸੇਵਾ ਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰ ਕੀ ਟਹਿਲ ਗੁਰੂ ਕੀ ਸੇਵਾ। ਸਤਿਗੁਰੂ ਜੀ ਕੀ ਹੈ? ਗੁਰ ਕੀ ਆਗਿਆ ਪਾਲਣੀ। ਬਸ ਆਗੇ ਅਸੀਂ ਮੰਨਣ ਲਈ ਤਿਆਰ ਨਹੀਂ। ਗੁਰੂ ਦਾ ਹੁਕਮ, ਗੁਰੂ ਦਾ ਬਚਨ ਮੰਨਣਾ ਹੀ ਸਭ ਤੋਂ ਵੱਡੀ ਟਹਿਲ ਸੇਵਾ ਹੈ। ਅਸੀਂ ਸਰੀਰ ਨਾਲ ਕਹਿ ਕੇ ਅੰਦਰ ਇੱਕ ਹਉਮੈ ਦੇ ਲੈਣ ਦੀ ਇੰਨੀ ਸੇਵਾ ਕਰ ਲਈ, ਪਰ ਅਸਲ ਵਿੱਚ ਉਹ ਸੇਵਾ ਸਮਝ ਆਈ ਨਹੀਂ। ਫਿਰ ਸਤਿਗੁਰੂ ਜੀ ਸੇਵਾ ਕਿਵੇਂ ਕਰੀ? ਕਹਿੰਦੇ ਗੁਰ ਕੇ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਭਾਨੀ। ਕਹੋ ਨਾਨਕ ਜਿਨ ਜਮ ਤੇ ਕਾਢੇ, ਤਿਸ ਗੁਰ ਕੈ ਕੁਰਬਾਨੀ। ਉਸ ਗੁਰੂ ਤੋਂ ਕੁਰਬਾਨ ਜਾਈਏ ਜਿਹਨੇ ਆਪਣੀ ਸੇਵਾ ਦੇ ਕੇ, ਸਿਮਰਨ ਦੇ ਕੇ, ਹੁਕਮ ਸਮਝਾ ਕੇ ਇਹ ਜਮਾਂ ਦੀ ਫਾਇਦੇ ਵਿੱਚੋਂ ਕੱਢ ਲਿਆ। ਪਰ ਸਾਨੂੰ ਜਮਾਂ ਦਾ ਹੀ ਨਹੀਂ ਪਤਾ ਲੱਗਿਆ। ਮਰਨ ਤੋਂ ਬਾਅਦ ਜਦ ਮਰਨ ਲੱਗਿਆ ਕੋਈ ਆਉਂਦੇ ਹੋਣਗੇ ਹੋਈ ਜਾਣ, ਪਰ ਸਾਨੂੰ ਤੇ ਜਿਉਂਦਿਆਂ ਚੰਬੜੇ ਨੇ, ਇਹਨਾਂ ਤੋਂ ਬਚਣਾ ਹੈ। ਇਹ ਪੰਜ ਜੰਮ ਜਿਹੜੇ ਚੰਬੜੇ ਪਏ ਨੇ ਸਾਨੂੰ ਹਰ ਵੇਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਬਚਣਾ ਤੇ ਇਹਨਾਂ ਤੋਂ ਹੈ। ਔਰ ਕੱਲ੍ਹ ਦੇ ਵਿਚਾਰ ਦੇ ਵਿੱਚ ਪਾਵਨ ਬਚਨ ਵੀ ਆਏ ਸਨ। ਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੀਤ ਸੱਜਣ ਸਭ ਜਾਮ। ਸਾਨੂੰ ਲੱਗਦਾ ਕਿ ਇਹ ਮਿੱਤਰ ਨੇ, ਇਹ ਸੱਜਣ ਨੇ, ਪਰ ਗੁਰੂ ਸਾਹਿਬ ਜੀ ਕਹਿੰਦੇ ਤੇ ਜੰਮ ਬਣ ਕੇ ਚੰਬੜੇ ਨੇ। ਇਹ ਮੋਹ ਸਭ ਤੋਂ ਵੱਡਾ ਜੰਮ ਤੇ ਇਹ ਹੈ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ, ਉਸ ਗੁਰੂ ਦੀ ਸੇਵਾ ਸਿਮਰਨ ਜੇ ਸਮਝ ਆ ਜੇ, ਉਹ ਜਮਾਂ ਦੀਆਂ ਫਾਹੀਆਂ ਚੋਂ ਕੱਢ ਲੈਂਦਾ ਹੈ। ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ, ਸਭਨਾ ਕਾ ਮਾਪਿਓ ਆਪ ਹੈ ਆਪੇ ਸਾਰ ਕਰੇ। ਉਹ ਸਾਰਿਆਂ ਦਾ ਮਾਪਿਓ ਹੈ, ਸਾਰਿਆਂ ਦੇ ਸਾਰ ਆਪ ਕਰਦਾ ਹੈ, ਸਾਰਿਆਂ ਦੇ ਖਬਰਸਾਰ ਆਪ ਰੱਖਦਾ ਹੈ। ਬਸ ਅਸੀਂ ਪੜ੍ਹਦੇ ਜ਼ਰੂਰ ਆ, ਭਰੋਸਾ ਕੋਈ ਨਹੀਂ। ਪੜ੍ਹਦੇ ਤਾਂ ਅਸੀਂ ਕਈ ਵਾਰੀ ਹਾਂ। ਧੰਨ ਗੁਰੂ ਅਰਜਨ ਦੇਵ ਜੀ ਦੇ ਪਾਵਨ ਬਚਨ ਨੇ, ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਅਰਦਾਸ ਤੋਂ ਪਹਿਲਾਂ ਪੜ੍ਹਿਆ ਜਾਂਦਾ ਨਾ ਪਤਾ ਜੀ। ਗੁਰੂ ਸਾਹਿਬ ਦੀ ਬਾਣੀ ਕਈ ਵਾਰੀ ਪੜ੍ਹਨ ਲੱਗੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਗੁਰੂ ਸਾਹਿਬ ਜੀ ਨੇ, ਰਾਮ ਰਾਏ ਨੇ ਇੱਕ ਸ਼ਬਦ ਆਪਣੇ ਕੋਲੋਂ ਬਦਲ ਦਿੱਤਾ ਸੀ। ਕੇਵਲ ਇਹਨੇ ਕਿਹਾ ਸੀ, ਮੁਸਲਮਾਨ ਦੀ ਥਾਂ ਤੇ ਬੇਈਮਾਨ ਕਹਿ ਦਿੱਤਾ। ਗੁਰੂ ਸਾਹਿਬ ਦੇ ਬਾਣੀ ਦੇ ਵਿੱਚ ਸਾਨੂੰ ਇੰਨਾ ਪਤਾ ਕਿ ਅਸੀਂ ਇੱਕ ਅੱਖਰ ਘਟਾ ਨਹੀਂ ਸਕਦੇ, ਇੱਕ ਅੱਖਰ ਆਪਣੇ ਵੱਲੋਂ ਵਧਾ ਨਹੀਂ ਸਕਦੇ। ਪਰ ਕਈ ਵਾਰੀ ਪੜ੍ਹਨ ਲੱਗੇ ਸਮਝ ਨਹੀਂ ਲੱਗਦੀ ਕਿ ਕਰਨਾ ਕੀ, ਕਹਿ ਕੀ ਰਹੇ। 50-50 ਸਾਲ ਤੋਂ ਜੀ ਤੋਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ। ਗੁਰੂ ਦੀ ਬਾਣੀ ਇੰਨੀ ਹੈ। ਔਰ ਅਸੀਂ ਜਦੋਂ ਤੱਕ ਪਿੱਛੇ ਵਾਹਿਗੁਰੂ ਨਾ ਲਾਈਏ, ਸਾਨੂੰ ਲੱਗਦਾ ਕਿ ਬਾਣੀ ਪੂਰੀ ਨਹੀਂ ਹੋਈ। ਸਾਨੂੰ ਲੱਗਦਾ ਕਿ ਸਾਡੀ ਹੇਕ ਸ਼ਾਇਦ ਪੂਰੀ ਨਾ ਹੋਵੇ, ਪਰ ਜੇ ਪੜ੍ਹੀਏ ਤਾਂ ਸਭ ਕੁਝ ਹੋ ਜਾਂਦਾ ਹੈ।
क्योंकि ये जिवें सुनते आए विचार तो कदे की नहीं ना जी। तो दे आगे अरदास हमारी जियो पण सब तेरा वाहिगुरू अगे लिखिया नहीं होया, पर सानू भुलेखा ये है कि जे वाहिगुरू ना कहा तो शायद पूरी नहीं होनी। जे तेरा थोड़ा जिहा लंबा करके कह लिए तो जिवें मर्जी नूं गाया भी जा सकता है। रागी सिंह गाउंदे भी ने, कहते साडी ताल विच नहीं बैठदा तां ला दिंदे आ। माड़ा थोड़ी करने, माड़ा तो कुछ भी नहीं जी, पर अपने कोलों अपनी समझ के मुताबिक ला दिता। शायद गुरु साहब भुल गए होण लिखना। खैर गुरु साहब जी कृपा करना। कहते सबना का माँ प्यो आप है, आपे सार करे। नानक नाम ध्यान तिन निज कर वास है, जुग जुग शोभा होए। धन गुरु अमरदास जी कहते हैं भाई जिन्हों ने नाम ध्याया है उन्होंने अपने निज घर दे विच निवास किया है। उन्होंने अपने असल घर की समझ आ गई है। तो जिन्होंने घर की समझ आ जाए कहते जुग जुग शोभा होए। उन्हों की शोभा फिर हर युग के विच है। उन्हों की शोभा कोई मिटाउण वाला नहीं। पौड़े तो करण कारण समर्थ है करते, मैं तुझ बिन अवर न कोई पौड़ी। ये सतगुरु धन गुरु रामदास जी के पावन बचन ने। ये सारे करते, सारे पैदा करने वाले रब जी परमेश्वर जी, मैं तुझ बिन अवर न कोई, मेरा तेरे तो बिना होर कोई नहीं। क्योंकि तुद आपे सृष्टि सिरजिया आपे फुण कोई। तू सारे सृष्टि को आप ही पैदा किया है, आप ही सारे को जदों खत्म करना आप ही करना है। कोई दर्द नाश करना आप ही पैदा करने वाला है, साजण वाला है, आप ही सब नाश करने वाला है। सब एको शब्द वरतदा जो करे सो होए। इत्थे शब्द का भावर्थ जिहड़ा है वो हुक्म है। हे सतगुरु जी अकाल पुरख वाहिगुरू जी सारिया थावां ते तेरा ही हुक्म वरतदा है। जो करे सो होए, जो कुछ तू करना हुंदा वही है, जो कुछ तू जीवा तो करवाना हुंदा वही है। वड्याई गुरमुख ते प्रभ हर पावै सोई। कहंदे मेरा गुरु जेड़े गुरमुख नूं वड्याई देवे, हर पावै सोई हरि रब परमात्मा मिलदा उन्होंने ही है। अखीर ते कहंदे ने गुरमुख नानक आराध्या, सब आखो धन 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 गुर सोई। जेड़े गुरु के सन्मुख हो गए, धन गुरु रामदास जी कहते हैं आराध्य भी उन्होंने। इस करके भाई सारे मिल के आखो धन 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 गुर सोई। 3 बारी शब्द वरत्या है। और इहदे भावर्थ विद्वान कढ़ते हैं। मेरा गुरु धन है, वो परमेश्वर धन है। जपण वाले गुरु के सिख धन ने। इसे नूं धन गुरु अर्जन देव जी कहते हैं। धन 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 जन आया, जिस प्रसाद सब जगत तराया। हुई भुलों की खिमा। आओ 1-2 मिनट होर रसना के नाल हाजिरी दवाइए, फिर समाप्ति है। वाहे